ਨਮਸਕਾਰ ਦੋਸਤੋ, ਮੈਂ ਆਂਚਲ ਬੀਐਡ ਦੀ ਸਟੂਡੈਂਟ ਹਾਜ਼ਰ ਹਾਂ ਤੁਹਾਡੇ ਅੱਗੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ। ਤੇ ਮੇਰੇ ਨਾਲ ਅੱਜ ਮੌਜੂਦ ਨੇ ਮੇਰੇ ਹੋਰ ਵੀ ਸਾਥੀ ਤੇ ਅਸੀਂ ਗੱਲਬਾਤ ਕਰਾਂਗੇ 2047 ਦੇ ਭਾਰਤ, ਜੋ ਕਿ ਹੈ ਸਾਡਾ ਸੁਪਨਿਆਂ ਦਾ ਭਾਰਤ। ਮੇਰੇ ਨਾਲ ਮੌਜੂਦ ਨੇ ਜਸ਼ਨਪ੍ਰੀਤ, ਸ਼ਦਾਬ ਅਲੀ ਤੇ ਅੰਕੁਸ਼ ਸ਼ਰਮਾ ਜੀ। ਭਾਰਤ ਸਾਡਾ ਦੇਸ਼ ਹੈ, ਸਾਡੀ ਮਾਤ ਭੂਮੀ ਹੈ। ਇਹ ਇੱਕ ਵੱਡੀ ਕੌਮ ਹੈ। ਇੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਹਨ। ਇੱਥੇ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿਸ ਦਾ ਇਤਿਹਾਸ ਬਹੁਤ ਗਹਿਰਾ ਹੈ। 15 ਅਗਸਤ 1947 ਨੂੰ ਜਦ ਸਾਡਾ ਦੇਸ਼ ਆਜ਼ਾਦ ਹੋਇਆ ਤੇ ਉਸ ਤੋਂ ਬਾਅਦ 26 ਜਨਵਰੀ 1950 ਵਿੱਚ ਇਸ ਦਾ ਆਪਣਾ ਸੰਵਿਧਾਨ ਲਾਗੂ ਹੋਇਆ। ਭਾਰਤ ਉਦੋਂ ਤੋਂ ਹੀ ਹਰ ਖੇਤਰ ਵਿੱਚ ਲਗਾਤਾਰ ਮਿਹਨਤਾਂ ਕਰ ਰਿਹਾ ਹੈ ਤੇ ਇਹੀ ਨਹੀਂ, ਸਗੋਂ ਸਿੱਟੇ ਵਜੋਂ ਕਾਮਯਾਬੀ ਵੀ ਪ੍ਰਾਪਤ ਕਰ ਰਿਹਾ ਹੈ। ਇਸ ਤੇ ਮੈਨੂੰ ਸੁਰਜੀਤ ਪਾਤਰ ਜੀ ਦੀ ਕਵਿਤਾ ਦੇ ਕੁਝ ਬੋਲ ਯਾਦ ਆਏ ਨੇ, ਜੋ ਮੈਂ ਤੁਹਾਡੇ ਨਾਲ ਸਾਂਝਾ ਕਰਨੇ ਚਾਹਾਂਗੀ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ। ਯੁਗਾਂ ਤੋਂ ਕਾਫਲੇ ਆਉਂਦੇ, ਇਸ ਸੱਚ ਦਾ ਗਵਾਹ ਬਣਦੇ। ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ। ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ। ਇਹ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ। ਇਸੇ ਤਰ੍ਹਾਂ ਸਾਡਾ ਦੇਸ਼ ਭਾਰਤ ਵੀ ਹਰ ਖੇਤਰ ਵਿੱਚ ਆਪਣੇ ਰਾਹ ਬਣਾ ਰਿਹਾ ਹੈ। ਤੇ ਇਸੇ ਵਿਸ਼ੇ ਤੇ ਹੋਰ ਚਾਨਣਾ ਪਾਉਣ ਲਈ ਮੈਂ ਤੁਹਾਡਾ ਨਜ਼ਰੀਆ ਦੇਖਣਾ ਚਾਹਾਂਗੀ ਕਿ ਤੁਸੀਂ ਕੀ ਕਲਪਨਾ ਕਰਦੇ ਹੋ ਜਸ਼ਨ, ਕਿ ਤੁਹਾਡਾ ਆਉਣ ਵਾਲਾ ਭਾਰਤ ਹੈ 2047 ਦੇ ਵਿੱਚ, ਉਹ ਕਿੰਜ ਦਾ ਹੋਵੇਗਾ? ਹਾਂਜੀ ਅੰਚਲ ਜੀ, ਜੇ ਮੈਂ ਇੱਥੇ ਗੱਲ ਕਰਾਂ 1947 ਦੀ, ਹੈ ਨਾ, ਅਤੇ ਉਸ ਟਾਈਮ ਮਤਲਬ ਦੇਸ਼ ਆਜ਼ਾਦ ਹੋਇਆ ਸੀ, ਹੈ ਨਾ, ਅਤੇ ਉਸ ਟਾਈਮ ਬਹੁਤ ਪਛੜਿਆ ਸੀ ਆਪਣਾ, ਕਹਿ ਲਓ ਇੱਕ ਤਰ੍ਹਾਂ ਭਾਰਤ ਪਛੜ ਗਿਆ ਸੀ, ਹੈ ਨਾ। ਉਸ ਟਾਈਮ 'ਤੇ ਹੁਣ ਦੇ ਟਾਈਮ 'ਚ ਬਹੁਤ ਵਿਕਾਸ ਕਰ ਲਿਆ ਪੰਜਾਬ 'ਚ, ਨੋ ਡਾਊਟ। ਅਤੇ ਜੇ ਆਉਣ ਵਾਲੇ 2047 ਦੀ ਮੈਂ ਗੱਲ ਕਰਾਂ ਤਾਂ ਮੈਂ ਆਪਣੇ ਸੁਪਨਿਆਂ ਦਾ ਭਾਰਤ ਦੇਖਣਾ ਚਾਹੁੰਦੀ ਹਾਂ, ਜਿਹਦੇ ਬ੍ਰਾਈਟ ਫਿਊਚਰ ਹੋਏਗਾ, ਪ੍ਰੋਮਿਸਿੰਗ ਹੋਏਗਾ, ਅਨਇੰਪਲੋਇਮੈਂਟ ਨਹੀਂ ਹੋਏਗਾ। ਨੋ ਡਾਊਟ ਕਿ ਬਹੁਤ ਜ਼ਿਆਦਾ ਵਿਕਾਸ ਕੀਤਾ ਆ, ਅਤੇ ਜਿਹੜੇ ਥੋੜ੍ਹੇ ਬਹੁਤ ਰਹਿੰਦੇ ਨੇ ਉਹ ਵੀ ਹੋਰ ਦਰ ਉੱਚਾ ਚੁੱਕਣ ਲਈ ਅਤੇ ਵਰਕ ਕਰਨਾ ਪਏਗਾ। ਇੱਥੇ ਕਿਸਾਨਾਂ ਦੀ ਗੱਲ ਕਰਾਂ, ਜਿਵੇਂ ਕਿਸਾਨ 2047 ਵਿੱਚ ਟੋਪ 10 ਕੰਟਰੀਜ਼ ਦੇ ਵਿੱਚ ਆਉਂਦਾ ਆਪਣਾ ਭਾਰਤ, ਹੈ ਨਾ। 5ਵਾਂ ਸਥਾਨ ਰੈਂਕਿੰਗ ਹਾਸਿਲ ਕੀਤਾ ਹੈ ਭਾਰਤ ਨੇ, ਹੈ ਨਾ। ਜੇ ਮੈਂ ਇੱਥੇ ਗੱਲ ਕਰਾਂ ਵੀ ਆਪਣੇ ਭਾਰਤ ਨੂੰ ਚੀਨ ਅਤੇ ਅਮੈਰੀਕਾ, ਹੈ ਨਾ, ਤੀਜੇ ਸਥਾਨ 'ਤੇ ਆਉਂਦਾ, ਅਤੇ ਇਹਨਾਂ ਤਿੰਨਾਂ ਸਥਾਨਾਂ ਦੇ ਵਿੱਚ ਮੈਂ ਭਾਰਤ ਨੂੰ ਦੇਖਣਾ ਚਾਹੁੰਦੀ ਹਾਂ। ਜੀ ਬਿਲਕੁਲ, ਭਾਰਤ ਨੇ ਬਹੁਤ ਜ਼ਿਆਦਾ ਤਰੱਕੀ ਹਾਸਿਲ ਕਰ ਲਈ ਹੈ। ਅਤੇ ਸ਼ਦਾਬ ਅਲੀ ਜੀ, ਤੁਹਾਡਾ ਕੀ ਨਜ਼ਰੀਆ ਹੈ ਕਿ ਜਿਹੜਾ ਆਉਣ ਵਾਲਾ ਭਾਰਤ ਹੈ 2047 ਦੇ ਵਿੱਚ, ਉਹ ਕਿੰਜ ਦਾ ਹੋਵੇਗਾ? ਜੇਕਰ ਤਰੱਕੀ ਦੀ ਗੱਲ ਕਰੀਏ ਤਾਂ 1947 ਤੋਂ 2022 ਤੱਕ ਅਸੀਂ ਜ਼ਮੀਨ ਤੋਂ ਲਾ ਆਸਮਾਨ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ। ਅਸੀਂ ਕਾਗਜ਼ ਤੋਂ ਕੰਪਿਊਟਰ 'ਤੇ ਆ ਗਏ ਹਾਂ। ਪਹਿਲੇ ਸਮੇਂ ਦੇ ਵਿੱਚ ਸਾਨੂੰ ਜੇ ਅਸੀਂ ਆਪਣੇ ਰਿਲੇਟਿਵ ਨੂੰ ਮਿਲਣਾ ਹੁੰਦਾ ਸੀ ਜਾਂ ਰਿਸ਼ਤੇਦਾਰਾਂ ਨੂੰ ਮਿਲਣਾ ਹੁੰਦਾ ਸੀ ਤਾਂ ਸਾਨੂੰ ਬੈਲ ਗੱਡੀ ਦੇ ਜ਼ਰੀਏ ਕਈ ਮਹੀਨੇ ਲੱਗ ਜਾਂਦੇ ਸੀ। ਅਗਰ ਜੇ ਕੁਝ ਜ਼ਿਆਦਾ ਦੂਰ ਹੁੰਦਾ ਸੀ ਤਾਂ ਕਾਫੀ ਸਮਾਂ ਲੱਗਦਾ ਸੀ। ਲੇਕਿਨ ਸਾਡੇ ਭਾਰਤ ਨੇ, ਉਹ ਮਹਾਨ ਭਾਰਤ ਨੇ ਐਸੀ ਤਰੱਕੀ ਕੀਤੀ 2022 ਤੱਕ ਕਿ ਅਸੀਂ ਬੈਲ ਗੱਡੀ ਤੋਂ ਬੁਲਟ ਟ੍ਰੇਨ 'ਤੇ ਆ ਗਏ। ਮੈਂ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਸਾਡਾ ਜਿਹੜਾ ਭਾਰਤ ਹੈ, ਸਾਡੇ ਜਿਹੜੇ ਲੋਕ ਹਨ, ਜਿਹੜੇ ਮਿਹਨਤੀ ਹਨ, ਜਿਹੜੇ ਦਿਨ ਰਾਤ ਇੱਕ ਕਰਕੇ ਸਾਡੇ ਲਈ ਮਸ਼ੀਨਾਂ ਪੈਦਾ ਕਰਦੇ ਹਨ, ਉਹ ਮਸ਼ੀਨਾਂ ਕਿ ਜਿਨ੍ਹਾਂ ਨੇ ਸਾਡੇ ਜੀਵਨ ਦੇ ਵਿੱਚ ਇੰਨੀ ਖੁਸ਼ਹਾਲੀ ਪੈਦਾ ਕਰ ਦਿੱਤੀ ਕਿ ਜਦੋਂ ਪਹਿਲਾਂ ਅਸੀਂ ਕਿਸੇ ਨਾਲ ਗੱਲ ਕਰਨੀ ਹੁੰਦੀ ਸੀ ਜਾਂ ਕਿਸੇ ਦਾ ਹਾਲ ਚਾਲ ਪੁੱਛਣਾ ਹੁੰਦਾ ਸੀ ਤਾਂ ਉਹਨਾਂ ਦੇ ਖਤ ਭੇਜਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ। ਲੇਕਿਨ ਉਹ ਮੈਂ ਨਮਨ ਕਰਦਾ, ਮੈਂ ਸਲਾਮ ਕਰਦਾ ਉਸ ਵਿਗਿਆਨਿਕਾਂ ਨੂੰ ਕਿ ਜਿਨ੍ਹਾਂ ਨੇ ਫ਼ੋਨ ਈਜਾਦ ਕੀਤਾ। ਇਸੇ ਤਰ੍ਹਾਂ ਹੀ ਮੈਂ ਉਮੀਦ ਕਰਦਾ ਕਿ 2047 ਦੇ ਵਿੱਚ ਜਦੋਂ ਸਾਨੂੰ 100 ਸਾਲ ਪੂਰੇ ਹੋ ਜਾਣਗੇ ਤੇ ਸਾਡੇ ਸਾਰੇ ਵਿਗਿਆਨਿਕ ਐਸੀ ਤਰੱਕੀ ਹਾਸਿਲ ਕਰ ਲੈਣਗੇ ਕਿ ਜਿਹੜੀ ਦੁਨੀਆ ਸਾਨੂੰ ਸਿਰ ਚੱਕ ਕੇ ਵੇਖ। ਜੀ ਬਿਲਕੁਲ, ਭਾਰਤ ਨੇ ਹਰ ਖੇਤਰ ਦੇ ਵਿੱਚ ਮੱਲ ਮਾਰੀ ਹੈ ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੱਲਾਂ ਮਾਰਦਾ ਰਹੇਗਾ। ਤੇ ਅੰਕੁਸ਼ ਸ਼ਰਮਾ ਜੀ, ਤੁਹਾਡਾ ਕੀ ਨਜ਼ਰੀਆ ਹੈ ਕਿ 2047 ਦੇ ਵਿੱਚ ਹੋਰ ਕੀ ਤਬਦੀਲੀ ਆਏਗੀ? ਵੇਖੋ ਕਿ ਭਾਰਤ ਦੇ ਵਿੱਚ 1947 ਦੇ ਵਿੱਚ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਹੀ ਸੀ ਤੇ ਉਦੋਂ ਭਾਰਤ ਦੇ ਕੋਲ ਕੋਈ ਇੰਨਾ ਸੰਸਾਧਨ ਵੀ ਨਹੀਂ ਸਨ, ਕੋਈ ਇੰਨਾ ਜ਼ਿਆਦਾ ਨਹੀਂ ਸੀਗਾ ਭਾਰਤ ਦੇ ਕੋਲ, ਜੋ ਕਿ ਭਾਰਤ ਉਹਨਾਂ ਸਮਿਆਂ ਦੇ ਵਿੱਚ ਇੱਕ ਤੇਜ਼ ਵਿਕਾਸ ਦੀ ਜਿਹੜੀ ਇੱਕ ਤੇਜ਼ ਦਰ ਸੀ ਉਹਨੂੰ ਫੜ ਸਕਦਾ, ਇੱਕ ਵਿਕਾਸ ਦੀ ਤੇਜ਼ ਲੈ ਪ੍ਰਾਪਤ ਕਰ ਸਕਦਾ। ਅਤੇ ਵੇਖੋ 1947 ਤੋਂ ਲੈ ਕੇ 2022 ਤੱਕ ਅੱਜ 75 ਸਾਲਾਂ ਦੇ ਵਿੱਚ ਭਾਰਤ ਦਾ ਵਿਕਾਸ ਇੰਨਾ ਕੁ ਜ਼ਿਆਦਾ ਹੋ ਚੁੱਕਿਆ ਹੈ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਰਤ ਜਿਹੜਾ 2047 ਦੇ ਵਿੱਚ ਅਮਰੀਕਾ ਨੂੰ ਵੀ ਮਾਤ ਦੇ ਸਕਦਾ ਹੈ,
ਜੋ ਮੈਨੂੰ ਆਪਣੇ ਨਜ਼ਰੀਏ ਤੋਂ ਲੱਗ ਰਿਹਾ ਕਿ ਭਾਰਤ ਜਿਹੜਾ ਅਮਰੀਕਾ ਦੇ ਮੁਕਾਬਲੇ ਅੱਜ ਕਾਫੀ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਹੈਗਾ। ਤੇ ਦੂਸਰੀ ਗੱਲ, 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤੇ ਬੇਰੁਜ਼ਗਾਰੀ ਤੇ ਸਿੱਖਿਆ ਦੇ ਮਿਆਰ ਜਿਹੜੇ ਸੀਗੇ ਇਹ ਭਾਰਤ ਦੀਆਂ ਦੋ ਮੁੱਖ ਸਮੱਸਿਆਵਾਂ ਸਨ। ਪਰ ਅਜੋਕੇ ਸਮੇਂ ਦੇ ਵਿੱਚ ਜਿਹੜਾ ਹੈ ਸਿੱਖਿਆ ਦਾ ਮਿਆਰ ਬਹੁਤ ਉਚੇਰਾ ਹੋ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਉਚੇਰਾ ਹੋਵੇਗਾ। ਤੇ 2047 ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਭਾਰਤ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹ ਦੁਨੀਆ ਦੀ ਸਭ ਤੋਂ ਵਧੀਆ ਸਿੱਖਿਆ ਪ੍ਰਣਾਲੀ ਹੋਵੇਗੀ। ਜੀ ਅੰਕੁਸ਼ ਜੀ, ਹੁਣੇ ਤੁਸੀਂ ਦੱਸਿਆ ਸਿੱਖਿਆ ਪ੍ਰਣਾਲੀ ਦੇ ਬਾਰੇ, ਤੇ ਇਸ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਹੜਾ 1947 ਦਾ ਜਿਹੜਾ ਅਸੀਂ ਸਫ਼ਰ ਤੈਅ ਕਰਦੇ ਆ ਰਹੇ ਹਾਂ ਤੇ ਹੁਣ ਜੋ ਸਾਡੀ ਸਿੱਖਿਆ ਪ੍ਰਣਾਲੀ ਹੈ ਅੱਜ ਦੀ, ਉਸ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ। ਤੇ 2047 ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਜਿਹੜਾ ਸਾਡਾ ਭਾਰਤ ਹੈ ਉਹ ਕਿਸ ਮੁਕਾਮ ਤੇ ਹੋਏਗਾ ਤੇ ਇਸ ਵਿੱਚ ਕੀ ਕੀ ਤਬਦੀਲੀਆਂ ਹੋਰ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ, ਜਾਂ ਫਿਰ ਆਪਾਂ ਕੀ ਕੀ ਹੋਰ ਕਰ ਸਕਦੇ ਹਾਂ ਜੋ ਕਿ ਆਪਾਂ ਆਪਣੀ ਸਿੱਖਿਆ ਪ੍ਰਣਾਲੀ ਨੂੰ ਹੋਰ ਅੱਗੇ ਤੱਕ ਲੈ ਕੇ ਜਾ ਸਕੀਏ? ਵੇਖੋ, ਇਹਦੇ ਵਿੱਚ ਕਈ ਜਿਹੜੀਆਂ ਚੀਜ਼ਾਂ ਨੇ ਸਰਕਾਰ ਜੋ ਕਿ ਕਈ ਚੀਜ਼ਾਂ ਕਰ ਵੀ ਰਹੀ ਹੈ ਤੇ ਹੋਰ ਅੱਗੇ ਕਰੇਗੀ ਵੀ। ਸਰਕਾਰ ਨੇ ਹਜੇ ਕਾਫੀ ਚੀਜ਼ਾਂ ਜਿਹੜੀਆਂ ਨੇ ਸੰਸਦ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਪੋਜ਼ਲ ਰੱਖਿਆ ਹੈ, ਜਿਸ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਕਿ ਮਸ਼ੀਨ ਲਰਨਿੰਗ ਜਿਹੜੀ ਹੈ ਤੇ ਮਸ਼ੀਨ ਲਰਨਿੰਗ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ, ਇਹ ਜਿਹੜੀਆਂ ਦੋ ਚੀਜ਼ਾਂ ਨੇ ਇਹ ਅਜੋਕੇ ਸਮੇਂ ਦੀ ਇੱਕ ਮੁੱਢਲੀ ਜ਼ਰੂਰਤ ਬਣ ਚੁੱਕੀਆਂ ਨੇ। ਤੇ ਅਗਲੇ ਸਮੇਂ ਦੇ ਵਿੱਚ ਫਰਜ਼ ਕਰੋ ਅਗਲੇ 5 ਸਾਲਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦਾ ਜਿਹੜਾ ਮਿਆਰ ਹੈ ਉਹ ਇੰਨਾ ਕੁ ਜ਼ਿਆਦਾ ਹੋ ਜਾਵੇਗਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿ ਆਪਣੀ ਜਿਹੜੀ ਜ਼ਿੰਦਗੀ ਹੈ ਇਹਨਾਂ ਤੋਂ ਬਿਨਾਂ ਚੱਲ ਨਹੀਂ ਸਕੇਗੀ। ਤੇ ਇਹਨਾਂ ਜਿਹੜੀਆਂ ਦੋ ਸਿੱਖਿਆ ਪ੍ਰਣਾਲੀਆਂ ਨੇ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ, ਇਹ ਜਿਹੜੀਆਂ ਦੋ ਨਵੀਆਂ ਚੀਜ਼ਾਂ ਵਿੱਚ ਜੁੜਨਗੀਆਂ। ਅਤੇ ਹੋਰ ਵੀ ਕਈ ਚੀਜ਼ਾਂ ਨੇ ਜਿਵੇਂ ਕਿ ਜਿਹੜੇ ਭਾਰਤ ਦੀਆਂ ਯੂਨੀਵਰਸਿਟੀਆਂ ਨੇ, ਭਾਰਤ ਦੇ ਕਾਲਜ ਨੇ, ਸਕੂਲ ਨੇ, ਸਰਕਾਰ ਉਹਨਾਂ ਦਾ ਮਿਆਰ ਵੀ ਉਚੇਰਾ ਚੱਕੇਗੀ ਤਾਂ ਜੋ ਕਿ ਜਿਹੜੇ ਬੱਚੇ ਨੇ ਜਿਹੜੇ ਜ਼ਿਆਦਾ ਪ੍ਰਾਈਵੇਟ ਕਾਲਜਾਂ ਦੀਆਂ ਸਕੂਲਾਂ ਦੀਆਂ ਫੀਸਾਂ ਨਹੀਂ ਭਰ ਸਕਦੇ, ਉਹ ਬੱਚੇ, ਉਹ ਜਿਹੜੇ ਪਰਿਵਾਰ ਨੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣਗੇ ਤਾਂ ਜੋ ਉਹ ਸਿੱਖਿਆ ਤੋਂ ਵਾਂਝੇ ਨਾ ਰਹਿ ਸਕਣ। ਜੀ, ਹਾਲ ਹੀ ਦੇ ਵਿੱਚ ਹੀ ਜਿਹੜੀ ਸਾਡੀ ਸਰਕਾਰ ਹੈ ਉਸਨੇ ਬਹੁਤ ਜ਼ਿਆਦਾ ਆਪਣੇ ਐਫਰਟ ਦਿੱਤੇ ਨੇ ਤੇ ਜਿਹੜੇ ਸਾਡੇ ਸਕੂਲ ਨੇ, ਜਿਹੜੇ ਗਵਰਨਮੈਂਟ ਸਕੂਲਸ ਨੇ, ਉਹ ਹੁਣ ਸਮਾਰਟ ਸਕੂਲਸ ਦੇ ਵਿੱਚ ਬਦਲ ਦਿੱਤੇ ਗਏ ਨੇ। ਜਿਹੜੀ ਰਿਸੋਰਸਿਸ ਹੈ ਉਹ ਬੱਚਿਆਂ ਨੂੰ ਬਹੁਤ ਹੱਦ ਤੱਕ ਪ੍ਰੋਵਾਈਡ ਕੀਤੇ ਜਾ ਰਹੇ ਨੇ ਤੇ ਇਸ ਨਾਲ ਮੈਂ ਆਸ਼ਾ ਕਰਦੀ ਹਾਂ ਕਿ ਜਿਹੜਾ ਸਾਡਾ 2047 ਦਾ ਭਾਰਤ ਹੋਏਗਾ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਚੰਗੇ ਦੇਸ਼ਾਂ ਨੂੰ ਮਾਤ ਦੇਵੇਗਾ। ਇਸ ਦੇ ਨਾਲ ਅਸੀਂ ਅਗਰ ਗੱਲ ਕਰੀਏ ਖੇਡਾਂ ਦੇ ਖੇਤਰ ਦੇ ਵਿੱਚ, ਤੇ ਮੈਨੂੰ ਨਹੀਂ ਲੱਗਦਾ ਕਿ ਖੇਡਾਂ ਦੇ ਖੇਤਰ ਦੇ ਵਿੱਚ ਵੀ ਭਾਰਤ ਨੇ ਕੋਈ ਕਸਰ ਛੱਡੀ ਹੈ। ਹਾਲ ਹੀ ਦੇ ਵਿੱਚ 올림픽 ਹੋਏ ਨੇ ਤੇ ਜਸ਼ਨ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਤੁਸੀਂ ਖੁਦ ਵੀ ਇੱਕ ਨੈਸ਼ਨਲ ਲੈਵਲ ਦੇ ਪਲੇਅਰ ਹੋ, ਫੁੱਟਬਾਲ ਟੀਮ ਨੂੰ ਰਿਪਰੈਜ਼ੈਂਟ ਕਰਦੇ ਹੋ ਨੈਸ਼ਨਲ ਲੈਵਲ ਤੇ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਖੇਡਾਂ ਦਾ ਖੇਤਰ ਹੈ ਉਸ ਵਿੱਚ ਆਪਾਂ ਕਿੰਨੀ ਕੁ ਮੱਲ ਮਾਰ ਲਈ ਹੈ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ 2047 ਤੱਕ ਸਾਡੇ ਕੋਲ ਕਿਹੜੇ ਮੈਡਲ ਹੋਣਗੇ ਤੇ ਇਸ ਵਿੱਚ ਹੋਰ ਕਿੰਨੀ ਕੁ ਸਾਡੀ ਪ੍ਰਾਪਤੀ ਹੋਏਗੀ? ਹਾਂਜੀ ਅੰਚਲ ਜੀ, ਮੈਂ ਜੇ ਇੱਥੇ ਖੇਡਾਂ ਦੀ ਗੱਲ ਕਰਾਂ ਤਾਂ ਇੰਡੀਆ ਵਾਂਝਾ ਨਹੀਂ ਹੈ ਖੇਡਾਂ ਤੋਂ, ਹੈ ਨਾ। ਹਾਂਜੀ ਬਿਲਕੁਲ। ਤੇ ਦਿਨੋਂ ਦਿਨ ਤਰੱਕੀ ਵੀ ਕਰ ਰਿਹਾ। ਤੇ ਹੁਣ ਜੇ ਮੈਂ ਇੱਥੇ ਫੁੱਟਬਾਲ ਦੀ ਗੱਲ ਕਰਾਂ, ਮੈਂ ਫੁੱਟਬਾਲ ਪਲੇਅਰ ਹਾਂ ਤੇ ਇੱਥੇ ਸੁਨੀਲ ਛੇਤਰੀ ਹੈ ਨਾ ਜਿਹੜਾ ਇੰਡੀਅਨ ਕੈਪਟਨ, ਹੈ ਨਾ, ਉਹ ਆਪਣੇ ਐਜ਼ ਏ ਕੈਪਟਨੀ ਨਿਭਾ ਰਿਹਾ ਤੇ ਉਹਨੇ ਹੁਣ ਤੱਕ ਰੋਨਾਲਡੋ ਸਭ ਤੋਂ ਉੱਤੇ ਚੱਲ ਰਿਹਾ ਨਾ, ਤੇ ਉਹ ਸੈਕਿੰਡ ਇੰਡੀਆ 'ਚ ਪੂਰੇ ਵਰਲਡ 'ਚ ਸੈਕਿੰਡ ਸਥਾਨ ਤੇ ਚੱਲ ਰਿਹਾ ਤੇ ਉਹਨੇ ਹੁਣ ਤੱਕ 93 ਗੋਲ ਕੀਤੇ ਨੇ ਪੂਰੇ, ਜੋ ਕਿ ਬਹੁਤ ਵੱਡੀ ਆਪਣੇ ਆਪ ਵਿੱਚ ਪ੍ਰਾਪਤੀ ਹੈ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ। ਤੇ ਜੇ ਮੈਂ ਇੱਥੇ ਹਾਕੀ ਦੀ ਗੱਲ ਕਰਾਂ ਤਾਂ ਹਾਕੀ ਆਪਣੀ ਨੈਸ਼ਨਲ ਗੇਮ ਮੰਨੀ ਜਾਂਦੀ ਹੈ ਨਾ ਜੀ। ਤੇ ਹੁਣ ਪਿੱਛੇ ਜੇ ਕਾਮਨਵੈਲਥ ਗੇਮ ਹੋ ਕੇ ਹਟੀਆਂ ਤੇ ਉਹ ਤੋਂ ਪਿੱਛੇ 올림픽 ਹੋ ਕੇ ਹਟਿਆ ਹਨ ਤਾਂ ਉੱਥੇ ਹਾਕੀ ਮੈਨਸ ਟੀਮ ਨੇ 41 ਸਾਲ ਬਾਅਦ ਬ੍ਰੌਂਜ਼ ਮੈਡਲ ਹਾਸਲ ਕੀਤਾ। ਇੰਡੀਆ ਦੇ ਲਈ ਨਾ ਬਹੁਤ ਵੱਡਾ ਦਿਨ ਮੰਨਿਆ ਗਿਆ ਹੈ। ਜੀ ਹਾਂ, ਬਿਲਕੁਲ। 41 ਸਾਲ ਬਾਅਦ ਵਾਪਸ ਆਪਣੇ ਖੇਤਰ ਦੇ ਵਿੱਚ ਮੱਲ ਮਾਰਨਾ ਕੋਈ ਛੋਟੀ ਗੱਲ ਨਹੀਂ ਹੈ ਤੇ ਬੜੀ ਮਾਣ ਵਾਲੀ ਗੱਲ ਹੈ ਸਾਡੇ ਭਾਰਤੀਆਂ ਲਈ ਕਿ ਦੁਬਾਰਾ ਆਪਾਂ ਆਪਣੇ ਖੇਤਰ ਦੇ ਵਿੱਚ ਆ ਚੁੱਕੇ ਹਾਂ ਤੇ ਆਉਣ ਦੇ ਨਾਲ ਅਸੀਂ ਮੱਲ ਵੀ ਮਾਰ ਰਹੇ ਹਾਂ। ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕਿਹੜੇ ਖੇਤਰ ਦੇ ਵਿੱਚ, ਖੇਡਾਂ ਦੇ ਖੇਤਰ ਵਿੱਚ ਅਸੀਂ ਮੈਡਲ ਹਾਸਿਲ ਕਰ ਸਕਦੇ ਨੇ? ਹਾਂਜੀ, ਤੇ ਮੈਂ ਇੱਥੇ ਦੀ ਗੱਲ ਕਰਾਂ ਹੈ ਨਾ ਜੈਵਲਿਨ ਥਰੋ ਦੀ, ਤੇ ਨੀਰਜ ਚੋਪੜਾ ਜੈਵਲਿਨ ਥਰੋ ਕਰਦਾ ਹੈ ਨਾ, ਤੇ ਉਹ ਸਾਡੇ ਇੰਡੀਆ ਦਾ ਮਾਣ ਹੈ ਨਾ ਇੱਕ। ਤੇ ਉਹਨੇ ਪਿਛਲੇ ਜਿਹੜੇ ਕਾਮਨਵੈਲਥ ਗੇਮ ਹੋਈਆਂ ਸੀਗੀਆਂ ਜਾਂ 올림픽 ਗੇਮ ਹੋਈ ਸੀ ਉਹਦੇ ਵਿੱਚ ਰਿਕਾਰਡ ਤੋੜਿਆ। ਉਹਨੇ 87.58 ਮੀਟਰ ਆਪਣੀ ਜੈਵਲਿਨ ਸੁੱਟ ਕੇ ਨਾ ਰਿਕਾਰਡ ਹਾਸਿਲ ਕੀਤਾ ਤੇ 올림픽 ਦੇ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਤੇ ਉਹਦੇ ਪਾਪਾ ਦੱਸਦੇ ਨੇ ਕਿ ਉਹ 15 ਤੋਂ 16 ਕਿਲੋਮੀਟਰ ਪੈਦਲ ਚੱਲ ਕੇ ਆਪਣੇ ਗਰਾਊਂਡ ਵੱਲ ਜਾਂਦਾ ਸੀਗਾ ਤੇ ਇੰਨਾ ਸਟਰਗਲ ਕੀਤਾ ਉਹਨੇ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਯੂਥ ਹੈ, ਅੱਜ ਦਾ ਯੂਥ, ਉਹ ਭਾਰਤ ਨੂੰ ਇੱਕ ਨਵੇਂ ਹੀ ਤਰੀਕੇ ਨਾਲ ਅੱਗੇ ਲੈ ਕੇ ਆਏਗਾ ਤੇ ਇਸ ਵਿੱਚ ਬਹੁਤ ਹੀ ਹੋਰ ਜਿਹੜੀਆਂ ਚੀਜ਼ਾਂ ਨੇ ਸਾਨੂੰ ਦੇਖਣ ਨੂੰ ਮਿਲਣਗੀਆਂ।
ਜਸ਼ਨ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਹਾਲ ਹੀ ਦੇ ਵਿੱਚ ਜਿਹੜਾ 41 ਸਾਲ ਬਾਅਦ ਅਸੀਂ ਮੈਡਲ ਲੈ ਤਾਂ ਲਿਆ ਹੈ, ਪਰ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ 2047 ਦੇ ਵਿੱਚ ਸਾਨੂੰ ਹੋਰ ਕਿਹੜੇ ਯੋਗਦਾਨ ਜਿਹੜੇ ਹੈ ਉਹ ਪਾਣੇ ਪੈਣਗੇ ਸੋ ਦੈਟ ਕਿ ਸਾਡੇ ਕੋਲ ਹੋਰ ਜ਼ਿਆਦਾ ਮੈਡਲ ਆ ਸਕਣ। ਜਿਹੜੇ ਕਾਮਨਵੈਲਥ ਗੇਮਸ ਹੈ, ਓਲੰਪਿਕ ਗੇਮਸ ਹੈ, ਜਾਂ ਜਿੰਨੇ ਵੀ ਟੂਰਨਾਮੈਂਟ ਹੋਰ ਲੱਗਦੇ ਨੇ ਉਹਦੇ ਵਿੱਚ ਭਾਰਤ ਨੂੰ ਕਿਸ ਤਰੀਕੇ ਨਾਲ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਸੋ ਦੈਟ ਕਿ ਆਪਾਂ ਉਸ ਜਗ੍ਹਾ ਤੱਕ ਆਪਣਾ ਮੁਕਾਮ ਜਿਹੜਾ ਹੈ ਉਹ ਹਾਸਿਲ ਕਰੀਏ ਤੇ ਹੋਰ ਅੱਗੇ ਵਧੀਏ ਖੇਡਾਂ ਦੇ ਖੇਤਰ ਵਿੱਚ। ਹਾਂਜੀ ਅੰਜਲ ਜੀ, ਜੇ ਮੈਂ ਇੱਥੇ ਗੱਲ ਕਰਾਂ ਤਾਂ ਕਹਿੰਦੇ ਨਾ ਮੈਨਜ਼ ਹਾਕੀ ਹੈ ਨਾ, ਤੇ ਮੈਨਜ਼ ਨੂੰ ਨਾ ਇੰਡੀਆ ਨੂੰ ਬਹੁਤ ਸਾਲ ਵਾਂਝਾ ਰਹਿਣਾ ਪਿਆ ਹੈ ਨਾ ਮੈਡਲ ਤੋਂ। ਓਲੰਪਿਕ ਦੇ ਵਿੱਚ 1980 ਵਿੱਚ ਮੈਡਲ ਆਇਆ ਸੀ ਭਾਰਤ ਦਾ, ਗੋਲਡ ਮੈਡਲ। ਉਸ ਟਾਈਮ ਤੋਂ ਬਾਅਦ 41 ਸਾਲ ਬਾਅਦ ਹੁਣ ਮੈਡਲ ਆਇਆ ਇੰਡੀਆ ਦਾ। ਤੇ ਹੁਣ ਕਾਮਨਵੈਲਥ ਗੇਮ ਹੋਈਆਂ ਸੀਗੀਆਂ, ਉਹ 'ਚ ਵੀ ਇੰਡੀਆ ਵਾਂਝਾ ਰਹਿ ਗਿਆ। ਤੇ ਮੈਂ ਜੇ ਇੱਥੇ ਇਹੀ ਕਹਿਣਾ ਚਾਹਾਂਗੀ ਕਿ ਵੱਧ ਤੋਂ ਵੱਧ ਸਟੇਡੀਅਮ ਖੋਲ੍ਹੇ ਜਾਣ ਹੈ ਨਾ, ਤੇ ਇਕਵਿਪਮੈਂਟ ਪ੍ਰੋਵਾਈਡ ਕੀਤੇ ਜਾਣ। ਇਕਵਿਪਮੈਂਟ ਬਹੁਤ ਜ਼ਿਆਦਾ ਮਤਲਬ ਕਾਫੀ ਵੱਡੇ ਖੇਤਰ ਨੇ, ਨੋ ਡਾਊਟ ਕਿ ਇੰਡੀਆ ਦੇ ਵਿੱਚ ਬਹੁਤ ਸਟੇਡੀਅਮ ਨੇ, ਟਰਫ ਗਰਾਊਂਡ ਵੀ ਬਣ ਗਏ ਹੈ ਨਾ। ਤੇ ਜਿਵੇਂ ਮੈਂ ਬਾਹਰਲੀ ਕੰਟਰੀਆਂ ਦੀ ਗੱਲ ਕਰਾਂ ਤਾਂ ਉੱਥੇ ਮੋਸਟਲੀ ਟਰਫ ਗਰਾਊਂਡ ਹੁੰਦੇ ਨੇ ਹੈ ਨਾ, ਦੂਜੇ ਗਰਾਊਂਡ ਨਹੀਂ ਹੁੰਦੇ। ਤੇ ਉਹ ਖੇਡਾਂ ਦੇ ਖੇਤਰ ਨੂੰ ਉੱਚਾ ਲਿਜਾਣ ਲਈ ਭਾਰਤ ਨੇ ਬਹੁਤ ਕੰਮ ਕੀਤਾ, ਵਿਕਾਸ ਕੀਤਾ, ਨੋ ਡਾਊਟ। ਹੁਣ ਟਰਫ ਗਰਾਊਂਡ ਕਿਤੇ ਨੇ। ਮੈਂ ਚਾਹੁੰਦੀ ਹਾਂ ਕਿ ਵੀ ਆਉਣ ਵਾਲੇ 2047 ਦੇ ਵਿੱਚ ਜਦ ਮੇਰਾ ਸੁਪਨਾ ਪੂਰਾ ਹੋਵੇ, 100 ਸਾਲ ਭਾਰਤ ਨੂੰ ਆਜ਼ਾਦੀ ਦੇ ਹੋ ਜਾਣ, ਤਾਂ ਸਾਰੇ ਆਲਮੋਸਟ ਸਟੇਡੀਅਮ ਦੇ ਵਿੱਚ ਟਰਫ ਗਰਾਊਂਡ ਹੋਣ ਤਾਂ ਕਿ ਬੱਚੇ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਣ। ਤੇ ਆਪਣਾ ਜਿਵੇਂ ਛੋਟਾ ਬੱਚਾ ਹੁੰਦਾ, ਛੋਟੇ ਬੱਚੇ ਤੋਂ ਹੀ ਪਹਿਲਾਂ ਬੇਬੀ ਲੀਗ ਹੁੰਦੀ ਨਹੀਂ ਸੀ, ਹੁਣ ਬੇਬੀ ਲੀਗ ਸਟਾਰਟ ਹੋਈ ਆ। ਤੇ ਇਹ ਬਹੁਤ ਵੱਡੀ ਗੱਲ ਆ ਕਿ ਬੇਬੀ ਲੀਗ 8 ਸਾਲ ਦੇ ਬੱਚੇ ਤੋਂ ਸਟਾਰਟ ਹੋਈ ਆ। ਤੇ ਹੁਣ ਜਿਹੜੇ ਮੈਂ ਆਪਣੇ ਗਰਾਊਂਡ ਦੀ ਗੱਲ ਕਰਾਂ ਤਾਂ 8 ਸਾਲ ਦੇ ਬੱਚਿਆਂ ਦੀ ਸਾਡੇ ਗਰਾਊਂਡ 'ਚ ਸਿਰਫ 3 ਸਾਲ ਦੇ ਬੱਚੇ ਵੀ ਖੇਡ ਰਹੇ ਨੇ। ਤੇ 3 ਸਾਲ ਦੇ ਬੱਚਿਆਂ ਦਾ ਤੁਸੀਂ ਫਿਊਚਰ ਸੋਚ ਸਕਦੇ ਹੋ 2047 ਦੇ ਵਿੱਚ ਕੀ ਹੋਊਗਾ। ਉਹਨਾਂ ਨੂੰ ਹਰ ਇਕਵਿਪਮੈਂਟ ਪ੍ਰੋਵਾਈਡ ਕੀਤਾ ਜਾਂਦਾ। ਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਸੁਪਨਿਆਂ ਦੇ ਭਾਰਤ ਵਿੱਚ ਆਪਣਾ ਗਰਾਊਂਡ ਵਧੀਆ ਹੋਣ, ਇਕਵਿਪਮੈਂਟ ਹੋਵੇ ਤੇ ਬੇਰੁਜ਼ਗਾਰੀ ਨਾ ਹੋਵੇ, ਤੇ ਆ ਕੇ ਵੀ ਜਿਵੇਂ ਕਹਿੰਦੇ ਆ ਨਾ ਔਰਤਾਂ 'ਚ ਥੋੜ੍ਹਾ ਬਹੁਤ ਫਰਕ ਕੀਤਾ ਜਾਂਦਾ ਉਹ ਨਾ ਹੋਵੇ, ਤੇ ਬਹੁਤ ਹੱਦ ਤੱਕ ਔਰਤਾਂ ਅੱਗੇ ਆਉਣ ਇਹ ਗੇਮ ਨੂੰ ਖੇਡਣ ਲਈ। ਜੀ ਬਿਲਕੁਲ, ਅੱਜ ਜਿਹੜਾ ਸਾਡਾ ਸਮਾਂ ਚੱਲ ਰਿਹਾ ਹੈ ਤੇ ਆਉਣ ਵਾਲਾ ਜਿਹੜਾ ਸਮਾਂ ਹੋਏਗਾ 2047 ਦੇ ਵਿੱਚ, ਇਸ ਵਿੱਚ ਕੋਈ ਵੀ ਵਿਤਕਰਾ ਨਹੀਂ ਹੋਵੇਗਾ, ਕਿਉਂਕਿ ਅੱਜ ਖੇਡਾਂ ਦੇ ਮਾਮਲੇ ਵਿੱਚ ਹੀ ਨਹੀਂ ਸਗੋਂ ਬਾਕੀ ਖੇਡਾਂ ਦੇ ਮਾਮਲੇ ਤੋਂ ਲੈ ਕੇ ਹੋਰ ਜਿਹੜੇ ਬਾਕੀ ਖੇਤਰ ਨੇ ਉਸ ਵਿੱਚ ਵੀ ਜਿਹੜਾ ਸਾਡਾ ਭਾਰਤ ਹੈ ਉਸਨੇ ਤਰੱਕੀ ਹਾਸਿਲ ਕਰ ਲਈ ਹੈ। ਤੇ ਇਸ ਦੇ ਨਾਲ ਹੀ ਅੰਕੁਸ਼ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਤੁਹਾਡੇ ਕੀ ਵਿਚਾਰ ਨੇ ਕਿ ਜਿਹੜੀ ਸਾਡੀ ਦੇਸ਼ ਦੀ ਅਰਥ ਵਿਵਸਥਾ ਹੈ ਉਹ ਅੱਜ ਦੇ ਸਮੇਂ ਨਾਲੋਂ 2047 ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਖਰੀ ਹੋਏਗੀ ਤੇ ਇਸ ਵਿੱਚ ਕੀ ਕਾਮਯਾਬੀ ਸਾਨੂੰ ਦੇਖਣ ਨੂੰ ਮਿਲੇਗੀ? ਵੇਖੋ, ਇਹਦੇ ਵਿੱਚ ਪਹਿਲੀ ਗੱਲ ਤੇ ਇਹ ਹੈ ਕਿ ਅਗਰ ਆਪਾਂ 1947 ਤੋਂ ਲੈ ਕੇ ਅਜੋਕੇ ਸਮੇਂ ਦੀ ਗੱਲ ਕਰੀਏ ਤੇ 1947 ਦੇ ਵਿੱਚ ਭਾਰਤ ਕੋਲ ਸੰਸਾਧਨਾਂ ਦੀ ਕਮੀ ਹੋਣ ਕਰਕੇ ਭਾਰਤ ਦੀ ਜਿਹੜੀ ਅਰਥ ਵਿਵਸਥਾ ਸੀ ਉਹ ਇੰਨੀ ਜ਼ਿਆਦਾ ਵਧੀਆ ਹਾਲਤ ਦੇ ਵਿੱਚ ਨਹੀਂ ਸੀ। ਜਵਾਹਰ ਲਾਲ ਨਹਿਰੂ ਸਾਹਿਬ ਤੋਂ ਲੈ ਕੇ ਲਾਲ ਬਹਾਦਰ ਸ਼ਾਸਤਰੀ ਸਾਹਿਬ ਨੇ ਜੋ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ, ਉਸ ਤੋਂ ਬਾਅਦ ਅਜੋਕੀ ਸਰਕਾਰ ਨੇ ਜੋ ਕਿ ਹੁਣ ਇਹਦੇ ਵਿੱਚ ਮੈਂ ਕੁਝ ਉਦਾਹਰਨਾਂ ਪੇਸ਼ ਕਰਨਾ ਚਾਹਾਂਗਾ ਤੁਹਾਡੇ ਸਾਹਮਣੇ, ਜਿਵੇਂ ਕਿ MSME ਜਿਹੜਾ ਸਰਕਾਰ ਨੇ ਸ਼ੁਰੂ ਕੀਤਾ ਸੀ, ਮੇਕ ਇਨ ਇੰਡੀਆ ਸਰਕਾਰ ਨੇ ਕੀਤਾ ਸੀਗਾ ਜੀ। ਉਸ ਤੋਂ ਬਾਅਦ ਜਿਹੜਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ ਦੇ ਅੰਡਰ ਭਾਰਤੀ ਨਾਗਰਿਕ ਦਾ 5 ਲੱਖ ਤੱਕ ਦਾ ਇਲਾਜ ਹਰ ਹਸਪਤਾਲ ਦੇ ਵਿੱਚ ਮੁਫਤ ਹੁੰਦਾ ਹੈ, ਜਿਹਦੇ ਪੈਸੇ ਜੋ ਕਿ ਸਰਕਾਰ ਭਰਦੀ ਹੈ। ਪਰ ਇਹਦੇ ਨਾਲ ਕੀ ਹੈਗਾ ਹੈ ਕਿ ਜਿਹੜੇ ਹਸਪਤਾਲ ਜਿਹੜੇ ਨੇ ਉਹ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇ ਰਹੇ, ਜਿਹਦੇ ਨਾਲ ਕਿ ਸਰਕਾਰ ਦਾ ਜਿਹੜਾ ਖਜ਼ਾਨੇ ਦੇ ਵਿੱਚ ਪੈਸਾ ਜਾ ਰਿਹਾ ਹੈ, ਇਕਨੋਮੀ ਵੱਧ ਰਹੀ ਹੈ। ਪਰ ਇਹਦੇ ਨਾਲ ਇੱਕ ਚੀਜ਼ ਇਹ ਵੀ ਹੈ ਕਿ ਮੇਕ ਇਨ ਇੰਡੀਆ ਦੇ ਨਾਲ ਜਿਹੜਾ ਹੈ ਕਿ ਆਪਣੇ ਇੰਡੀਆ ਦੇ ਜਿਹੜੇ ਛੋਟੇ ਕਾਰੋਬਾਰੀ ਨੇ, ਜਿਹੜੇ ਆਪਣੇ ਕਾਰੋਬਾਰ ਨੂੰ ਉਸ ਪੱਧਰ ਤੇ ਨਹੀਂ ਲੈ ਕੇ ਜਾ ਸਕਦੇ ਜਿਸ ਪੱਧਰ ਤੇ ਵੱਡੇ ਕਾਰੋਬਾਰੀ ਪਹਿਲਾਂ ਤੋਂ ਹੀ ਬੈਠੇ ਹੋਏ ਨੇ, ਉਹਨੂੰ MSME ਤੇ ਮੇਕ ਇਨ ਇੰਡੀਆ ਵਧਾਵਾ ਦੇ ਰਹੀ ਹੈ ਤਾਂ ਜੋ ਉਹ ਕਾਰੋਬਾਰੀ ਵੀ ਆਪਣੇ ਕਾਰੋਬਾਰ ਨੂੰ ਉਸ ਪੱਧਰ ਤੇ ਲੈ ਕੇ ਜਾ ਸਕਣ। ਜੀ ਬਿਲਕੁਲ, ਹੁਣ ਦੀ ਜੇਕਰ ਮੈਂ ਇਕਨੋਮੀ ਦੀ ਗੱਲ ਕਰਾਂ ਤੇ ਟੌਪ 10 ਕੰਟਰੀਜ਼ ਦੇ ਵਿੱਚ ਜਿਹੜਾ ਸਾਡਾ ਭਾਰਤ ਦੇਸ਼ ਹੈ ਉਹ ਆ ਚੁੱਕਾ ਹੈ। ਚਾਹੇ ਉਹ GDP ਦੀ ਗੱਲ ਕਰਾਂ, GDP ਦੇ ਅਕੋਰਡਿੰਗ ਜੇ ਮੈਂ ਦੇਖਾਂ ਤੇ ਪਹਿਲਾਂ ਭਾਰਤ ਨੇ 5ਵਾਂ ਸਥਾਨ ਹਾਸਿਲ ਕਰ ਲਿਆ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਇਕਨੋਮੀ ਜਿਹੜੀ ਸਾਡੀ ਅਰਥ ਵਿਵਸਥਾ ਹੈ ਉਸ ਦਾ ਮਿਆਰ ਜਿਹੜਾ ਹੈ ਬਹੁਤ ਹੀ ਉਚੇਰਾ ਹੋਵੇਗਾ। ਤੇ ਇਸ ਦੇ ਨਾਲ ਹੀ ਜਿਹੜਾ ਸਾਡਾ ਵਿਗਿਆਨ ਦਾ ਖੇਤਰ ਹੈ, ਵਿਗਿਆਨ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਤਰੱਕੀ ਆ ਚੁੱਕੀ ਹੈ। ਸਾਡੇ ਕੋਲ ਬਹੁਤ ਜ਼ਿਆਦਾ ਰਿਸੋਰਸਿਸ ਹੋ ਚੁੱਕੇ ਨੇ। ਤੇ ਤੁਹਾਨੂੰ ਕੀ ਲੱਗਦਾ ਹੈ ਸ਼ਦਾਬ ਜੀ ਕਿ ਜਿਹੜੇ ਸਾਡਾ ਵਿਗਿਆਨ ਦਾ ਖੇਤਰ ਹੈ ਉਸ ਵਿੱਚ ਕੀ ਤਬਦੀਲੀ ਆ ਚੁੱਕੀ ਹੈ ਤੇ 2047 ਦੇ ਵਿੱਚ ਅਸੀਂ ਹੋਰ ਕਿੰਨੀ ਕੁ ਤਕਨੀਕਾਂ ਦੇ ਨਾਲ ਅੱਗੇ ਵੱਧ ਜਾਵਾਂਗੇ? ਸਭ ਤੋਂ ਪਹਿਲਾਂ ਤਾਂ ਜੀ ਮੈਂ ਇੱਕ ਗੱਲ ਦਾ ਜਵਾਬ ਦੇਣਾ ਚਾਹਾਂਗਾ ਕਿ ਜੋ ਜਸ਼ਨ ਨੇ ਕਿਹਾ ਹੈ ਨਾ ਕਿ ਲੜਕੀਆਂ ਨਾਲ ਵਿਤਕਰਾ ਹੁੰਦਾ ਸੀ ਜਾਂ ਹੈ, ਜਿੱਦਾਂ ਕਿ ਇਹਨਾਂ ਨੇ ਸਾਰੇ ਐਥਲੀਟ ਦਾ ਨਾਮ ਲਿਆ ਕਿ ਉਹ ਆਪਣੇ ਘਰ ਤੋਂ ਲੈ ਕੇ ਕਈ ਮੀਲਾਂ ਤੱਕ ਪੈਦਲ ਸਫ਼ਰ ਕਰਦੇ ਸੀ ਤਾਂ ਜਾ ਕੇ। ਮੇਰਾ ਇਹ ਮੰਨਣਾ ਹੈ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਅਤੇ ਦੂਜੀ ਗੱਲ ਇਹ ਕਿ ਜਦੋਂ ਸਾਡਾ ਸਮਾਜ
ਅਕਲੋ ਸ਼ਊਰ ਵਾਲਾ ਹੋਇਆ। ਪਹਿਲੇ ਸਮੇਂ ਦੇ ਵਿੱਚ ਲੋਕ ਜੰਗਾਂ ਕਰੀ ਜਾਂਦੇ ਸੀ, ਬੇਟੀਆਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ, ਉਹਨਾਂ ਨੂੰ ਮਾਂ ਦੇ ਪੇਟ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ। ਲੇਕਿਨ ਅੱਜ ਦਾ ਸਮਾਜ ਸਾਡਾ ਇਹ ਹੈ ਜਿਹੜਾ ਅਕਲੋ ਸ਼ਊਰ ਵਾਲਾ ਹੋਇਆ, ਜਿਹੜਾ ਇਲਮ ਵਾਲਾ ਹੋਇਆ, ਜਿਹੜਾ ਗਿਆਨ ਵਾਲਾ ਹੋਇਆ। ਜਦੋਂ ਸਾਡੀ ਸਟੱਡੀ ਨੇ, ਸਾਡੇ ਇਲਮ ਨੇ, ਸਾਡੇ ਗਿਆਨ ਨੇ ਸਾਡੇ ਅਕਲਾਂ ਨੂੰ ਖੋਲ੍ਹਿਆ ਹੈ ਨਾ, ਸਾਡੀ ਸੋਚਾਂ ਨੂੰ ਬੁਲੰਦ ਕੀਤਾ, ਤਾਂ ਅਸੀਂ ਬੇਟੀਆਂ ਨੂੰ ਉਹਨਾਂ ਦਾ ਹੱਕ ਦੇਣਾ ਸ਼ੁਰੂ ਕੀਤਾ। ਜੀ ਬਿਲਕੁਲ, ਸਾਡੇ ਸੰਵਿਧਾਨ ਦੇ ਵਿੱਚ ਵੀ ਇਹ ਚੀਜ਼ ਦਿੱਤੀ ਗਈ ਹੈ ਕਿ ਜਿਹੜੀ ਸਾਡੀ ਬੇਟੀਆਂ ਨੇ, ਜੋ ਲੜਕੀਆਂ ਨੇ, ਉਹਨਾਂ ਨੂੰ ਵੀ ਬਰਾਬਰੀ ਦਾ ਹੱਕ ਦਿੱਤਾ ਜਾਂਦਾ ਹੈ। ਤੇ ਲੋਕ ਅੱਜ ਕੱਲ ਇਸ ਗੱਲ ਨੂੰ ਸਮਝ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਵਿੱਦਿਆ ਦਾ ਜਿਹੜਾ ਮਿਆਰ ਹੈ ਉਹ ਬਿਲਕੁਲ ਉੱਚਾ ਹੋ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਨਾਲ ਅਸੀਂ ਚੱਲ ਸਕਦੇ ਹਾਂ। ਜੀ, ਐਗਜ਼ਾਮਪਲ ਦੇ ਤੌਰ ਤੇ ਜੇ ਮੈਂ ਤੁਹਾਨੂੰ ਆਪਣਾ ਨਜ਼ਰੀਆ ਦੱਸਾਂ, ਜੇ ਮੈਂ ਤੁਹਾਨੂੰ ਆਪਣੀ ਗੱਲ ਕਹਾਂ ਤਾਂ ਇਦਾਂ ਹੈ ਕਿ ਅਗਰ ਜੇ ਕੋਈ ਇੱਕ ਲੜਕਾ ਪੜ੍ਹਦਾ ਹੈ ਤਾਂ ਉਹ ਸਿਰਫ ਇਕੱਲਾ ਪੜ੍ਹਦਾ ਹੈ, ਅਗਰ ਜੇ ਕੋਈ ਲੜਕੀ ਪੜ੍ਹਦੀ ਹੈ ਤਾਂ ਉਹਦੇ ਨਾਲ ਉਹਦੀ ਪੂਰੀ ਨਸਲ ਪੜ੍ਹਦੀ ਹੈ। ਜੀ ਬਿਲਕੁਲ ਸਹੀ ਜੀ, ਬਿਲਕੁਲ। ਤੇ ਇਸ ਦੇ ਨਾਲ ਨਾਲ ਹੀ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਦੇਖੋ ਜਿਹੜੀ ਸਾਡੀ ਸਾਇੰਸ ਐਂਡ ਟੈਕਨੋਲੋਜੀ, ਜੋ ਸਾਡਾ ਵਿਗਿਆਨ ਦਾ ਖੇਤਰ ਹੈ, ਉਸ ਵਿੱਚ ਹੋਰ 2047 ਦੇ ਵਿੱਚ ਤੁਸੀਂ ਕੀ ਚੇਂਜਸ ਦੇਖਦੇ ਹੋ? ਅੱਜ ਭਾਰਤ ਨੇ ਬਹੁਤ ਜ਼ਿਆਦਾ ਸੈਟੇਲਾਈਟਸ ਲਾਂਚ ਕਰ ਲਈਆਂ ਨੇ, ਆਪਣੀਆਂ ਸੈਟੇਲਾਈਟਸ ਲਾਂਚ ਕਰ ਰਹੀਆਂ ਹੈ। ਤੁਹਾਡਾ ਕੀ ਨਜ਼ਰੀਆ ਹੈ ਕਿ 2047 ਦੇ ਵਿੱਚ ਹੋਰ ਕੀ ਚੇਂਜਸ ਆ ਸਕਦੇ ਨੇ? ਦੇਖੋ ਜੀ, ਮੇਰਾ ਨਜ਼ਰੀਆ ਇਹ ਹੈ ਕਿ 1947 ਦੇ ਵਿੱਚ ਜਦੋਂ ਸਾਡੇ ਕੋਲ ਕੁਝ ਵੀ ਨਹੀਂ ਸੀ, ਉਹ ਗੱਲਾਂ ਹੁੰਦੀਆਂ ਸੀ ਕਿ ਜਿਹੜੀਆਂ ਅੱਜ ਦੇ ਜ਼ਮਾਨੇ 'ਚ ਸਾਡੇ ਵਾਸਤੇ ਆਮ ਨੇ, ਲੇਕਿਨ ਉਸ ਸਮੇਂ ਦੇ ਵਿੱਚ 1947 ਦੇ ਵਿੱਚ ਸੋਚਣ ਵੇਲੇ ਵੀ ਐਂ ਲੱਗਦਾ ਸੀ ਕਿ ਇਹ ਤਾਂ ਨਾਮੁਮਕਿਨ ਹੈ। ਸਾਡੇ ਸਾਇੰਸ ਨੇ, ਸਾਡੇ ਵਿਗਿਆਨਿਕਾਂ ਨੇ ਇੰਨੀ ਕੁ ਤਰੱਕੀ ਕਰ ਲਈ ਹੈ, ਜਿਹੜੀ ਚੀਜ਼ ਉਸ ਵਕਤ ਨਾਮੁਮਕਿਨ ਸੀ ਉਹਨੂੰ ਅੱਜ ਆਮ ਕਰ ਦਿੱਤਾ ਗਿਆ ਹੈ। ਅਸੀਂ ਜ਼ਮੀਨ ਤੋਂ ਲੈ ਆਸਮਾਨ ਦਾ ਸਫ਼ਰ ਤੈਅ ਕਰਨਾ ਮੁਸ਼ਕਿਲ ਸਮਝਦੇ ਸੀ, ਕਿਸੇ ਨੂੰ ਨਹੀਂ ਪਤਾ ਸੀ ਵੀ ਕੋਈ ਜ਼ਮੀਨ ਤੋਂ ਲੈ ਆਸਮਾਨ ਤੱਕ ਦਾ ਸਫ਼ਰ ਤੈਅ ਕਰ ਲੇਗਾ, ਲੇਕਿਨ ਅੱਜ ਦੇ ਵਿੱਚ ਜਹਾਜ਼ ਆਮ ਹੋ ਗਿਆ ਹੈ। ਅਸੀਂ ਜ਼ਮੀਨ ਨੂੰ ਛੱਡ ਕੇ, ਆਸਮਾਨ ਨੂੰ ਛੱਡ ਕੇ ਹੁਣ ਤਾਂ ਆਸਮਾਨ ਤੋਂ ਵੀ ਅੱਗੇ ਜਾਣ ਦੀਆਂ ਗੱਲਾਂ ਕਰਦੇ ਹਾਂ। 2047 ਦੇ ਵਿੱਚ ਮੈਂ ਚਾਹੁੰਦਾ ਹਾਂ, ਮੈਂ ਆਪਣਾ ਨਜ਼ਰੀਆ ਇਹ ਹੈ ਕਿ ਅਸੀਂ ਬਹੁਤ ਦੁਨੀਆ ਤੋਂ ਬਹੁਤ ਅੱਗੇ ਚੱਲਾਂਗੇ। ਤੇ ਅੰਕੁਸ਼ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਚੇਂਜਸ ਜਿਹੜੇ ਹੈਗੇ ਆ ਸਾਨੂੰ ਦੇਖਣ ਨੂੰ ਮਿਲਣਗੇ? ਵੇਖੋ, ਇਹਦੇ ਵਿੱਚ ਕੀ ਹੈ ਕਿ ਜਿਵੇਂ ਜਿਹੜਾ ਸਾਡਾ ਇਸਰੋ ਹੈ, ਇਸਰੋ ਨੇ ਬਹੁਤ ਯੋਗਦਾਨ ਦਿੱਤਾ ਹੈ ਭਾਰਤ ਦੇ ਵਿਗਿਆਨ ਦੇ ਖੇਤਰ ਦੇ ਵਿੱਚ, ਅਤੇ ਤਕਨੀਕੀ ਖੇਤਰ ਦੇ ਵਿੱਚ ਵੀ ਜੇਕਰ ਆਪਾਂ ਵੇਖੀਏ ਤੇ ਕਈ ਜਿਹੜੇ ਐਸੇ ਹੈਗੇ ਨੇ, ਜਿਵੇਂ ਕਿ ਨਰਿੰਦਰ ਸਿੰਘ ਕਪਾਨੀ ਸਾਹਿਬ ਨੇ, ਜਿਨ੍ਹਾਂ ਨੇ ਫਾਈਬਰ ਆਪਟਿਕਸ ਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਦਿੱਤਾ। ਹੋਰ ਕਈ ਜਿਹੜੇ ਵਿਗਿਆਨਕ ਸਾਹਿਬਾਨ ਹੈਗੇ ਨੇ, ਡਾਕਟਰ APJ ਅਬਦੁਲ ਕਲਾਮ ਨੇ, ਹੋਰ ਡਾਕਟਰ ਹੋਮੀ ਭਾਭਾ ਜੀ ਨੇ, ਬਹੁਤ ਵਿਗਿਆਨਿਕ ਇੱਦਾਂ ਦੇ ਹੋਏ ਨੇ ਭਾਰਤ ਦੀ ਇਸ ਮਹਾਨ ਧਰਤੀ ਦੇ ਵਿੱਚੋਂ, ਜਿਨ੍ਹਾਂ ਨੇ ਵਿਗਿਆਨ ਤੇ ਤਕਨੀਕ ਦੇ ਖੇਤਰ ਦੇ ਵਿੱਚ ਆਪਣਾ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਦਿੱਤਾ ਹੈ। ਤੇ 2047 ਦੀ ਜੇਕਰ ਮੈਂ ਗੱਲ ਕਰਾਂ ਤੇ 2047 ਦੇ ਵਿੱਚ ਭਾਰਤ ਦਾ ਜਿਹੜਾ ਵਿਗਿਆਨ ਤੇ ਤਕਨੀਕ ਦਾ ਖੇਤਰ ਹੈ, ਇਹ ਜਾਪਾਨ ਤੇ ਚੀਨ ਵਰਗੇ ਮੁਲਕਾਂ ਨੂੰ ਵੀ ਪਿੱਛੇ ਛੱਡ ਦੇਗਾ। ਜਾਪਾਨ ਤੇ ਚੀਨ ਵਰਗੇ ਜਿਹੜੇ ਮੁਲਕ ਨੇ, ਉਹ ਤਕਨੀਕ ਤੇ ਵਿਗਿਆਨ ਦੇ ਖੇਤਰ ਦੇ ਵਿੱਚ ਅੱਜ ਪੂਰੀ ਦੁਨੀਆ ਤੋਂ ਘੱਟ ਤੋਂ ਘੱਟ, ਨਹੀਂ ਤਾਂ ਮੇਰੇ ਨਜ਼ਰੀਏ ਦੇ ਨਾਲ ਵੇਖਿਆ ਜਾਵੇ ਤਾਂ 10 ਸਾਲ ਅੱਗੇ ਚੱਲ ਰਹੇ ਨੇ। ਤੇ ਅਗਰ 2047 ਦੇ ਵਿੱਚ ਮੈਂ ਗੱਲ ਕਰਾਂ ਤਾਂ ਸਾਡਾ ਜਿਹੜਾ ਇਹ ਭਾਰਤ ਹੈ, ਇਹ 20 ਤੋਂ 25 ਸਾਲ ਉਹਨਾਂ ਮੁਲਕਾਂ ਤੋਂ ਅੱਗੇ ਰਹੇਗਾ। ਸੁਪਨੇ ਤਾਂ ਹਰ ਕੋਈ ਵੇਖਦਾ ਹੈ ਤੇ ਸੁਪਨਿਆਂ ਨੂੰ ਪੂਰਾ ਕਰਨ ਦਾ ਜਜ਼ਬਾ ਲੈ ਕੇ ਹੀ ਅਸੀਂ ਭਾਰਤੀ ਅੱਜ ਤਰੱਕੀ ਦੀ ਰਾਹ ਤੇ ਬਿਨਾਂ ਰੁਕੇ ਅੱਗੇ ਵਧ ਰਹੇ ਹਾਂ। ਜਸ਼ਨ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਸਾਡਾ ਸੁਪਨਿਆਂ ਦਾ ਭਾਰਤ ਹੈ, ਜੋ ਕਿ ਆਪਾਂ 2047 ਦੀ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ, ਉਸ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਸਾਡਾ ਜਿਹੜਾ ਯੂਥ ਹੈ ਉਹਨੂੰ ਕੀ ਯੋਗਦਾਨ ਪਾਉਣਾ ਪਵੇਗਾ? ਤੇ ਮੈਂ ਇੱਥੇ 2047 ਦੀ ਗੱਲ ਕਰਾਂ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸਾਨਾਂ ਦਾ ਰਹੇਗਾ, ਕਿਉਂਕਿ ਕਰੋਨਾ ਦੀ ਲਹਿਰ ਚੱਲਦੇ ਹੋਏ ਵੀ ਟੌਪ 10 ਦੇਸ਼ਾਂ ਵਿੱਚ ਆਪਣਾ ਇੰਡੀਆ ਆਇਆ ਹੈ ਨਾ। ਜੀ ਬਿਲਕੁਲ। ਤੇ ਇੱਥੇ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਇੱਕ ਬੰਦੇ ਦੇ ਕੰਮ ਨਹੀਂ ਹੋਣਾ, ਇਕਜੁੱਟ ਹੋ ਕੇ ਕੰਮ ਹੋਣਾ ਆ। ਜੀ ਬਿਲਕੁਲ, ਯੂਥ ਨੂੰ ਅੱਗੇ ਆਉਣਾ ਹੀ ਪਵੇਗਾ, ਤੋਂ ਹੀ ਜਾ ਕੇ ਸਾਨੂੰ ਜਿਹੜੀ ਇਹ ਤਰੱਕੀ ਹੈ ਉਹ ਹਾਸਿਲ ਹੋ ਸਕਦੀ ਹੈ। ਤੇ ਉਹ ਮਤਲਬ 25 ਸਾਲ ਚ ਨਹੀਂ, ਜੇ ਆਪਾਂ 25 ਸਾਲ ਦਾ ਵੇਟ ਕਰਦੇ ਰਵਾਂਗੇ ਤਾਂ ਹੋਣਾ ਨਹੀਂ, ਕਿਉਂਕਿ ਇੱਕ ਕਹਾਵਤ ਬੜੀ ਮਸ਼ਹੂਰ ਹੈ, ਕਾਲ ਕਰੇ ਸੋ ਆਜ ਕਰੇ ਸੋ ਅਬ, ਪਲਮੇ ਪਰਲੇ ਹੋਏਗੀ ਬੋਰੀ ਕਰੇਗਾ ਕਬ, ਹੈ ਨਾ। ਤੇ ਜੇ ਆਪਾਂ ਨੇ 25 ਸਾਲ ਨੂੰ ਬਾਅਦ ਆਪਣੇ ਸੁਪਨਿਆਂ ਦਾ ਭਾਰਤ ਦੇਖਣਾ ਤਾਂ ਆਪਾਂ ਨੂੰ ਹੁਣੀ ਤੋਂ ਵਰਕ ਕਰਨਾ ਪੈਣਾ ਆ, ਇਕਜੁੱਟ ਹੋ ਕੇ ਕਰਨਾ ਪੈਣਾ ਆ, ਤੇ ਆਪਾਂ ਨੂੰ ਹੁਣੇ ਤੋਂ ਵਰਕ ਕਰਕੇ ਆਪਾਂ ਨੂੰ ਉੱਚਾ ਲਿਜਾਉਣ ਲਈ ਭਾਰਤ ਦੇਖਣਾ ਹੋਣਾ, ਤੇ ਸਭ ਤੋਂ ਵੱਡੀ ਕੰਟਰੀਆਂ 'ਚ ਭਾਰਤ ਤਾਂ ਆਉਣਾ ਚਾਹੀਦਾ ਹੈ ਨਾ। ਤੇ ਮੈਂ ਇੱਥੇ ਗੱਲ ਕਰਨ ਤਾਂ ਚੀਨ ਨੂੰ ਵੀ ਪਛਾੜ ਸਕਦਾ ਭਾਰਤ, ਐਡੀ ਕੋਈ ਵੱਡੀ ਗੱਲ ਨਹੀਂ ਆ। ਤੇ ਹੁਣ ਜਿੱਥੇ ਮੈਂ ਕਰਾਂ ਨਾ ਵੀ 2047 ਦੇ ਵਿੱਚ ਫਿਊਚਰ ਬਰਾਈਟ ਹੋਏਗਾ,
ਪ੍ਰੋਮਿਸਿੰਗ ਹੋਏਗਾ ਇੰਡੀਆ ਦਾ। ਤੇ ਜੇ ਇੱਥੇ ਚਾਈਨਾ ਤੇ ਅਮਰੀਕਾ ਸਭ ਤੋਂ ਉੱਪਰ ਚੱਲ ਰਹੇ ਹਨ ਤਾਂ ਉਹਨਾਂ ਨੂੰ ਲੀਡ ਲੈ ਕੇ ਇੰਡੀਆ ਅੱਗੇ ਆਵੇ। ਜੀ ਬਿਲਕੁਲ। ਤੇ ਸ਼ਦਾਬ ਅਲੀ ਜੀ, ਮੈਂ ਤੁਹਾਡੇ ਤੋਂ ਪੁੱਛਾਂਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅਸਲ ਵਿੱਚ ਜਿਹੜੇ ਭਾਰਤ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਉਸ ਦੇ ਵਿੱਚ ਜਿਹੜਾ ਤੁਹਾਡਾ ਸੁਪਨਿਆਂ ਦਾ ਭਾਰਤ ਹੈ ਉਸ ਮੁਕਾਮ ਨੂੰ ਹਾਸਿਲ ਕਰਨ ਲਈ ਤੁਹਾਨੂੰ ਕੀ ਕੀ ਯੋਗਦਾਨ ਪਾਉਣੇ ਚਾਹੀਦੇ ਨੇ? ਸਭ ਤੋਂ ਪਹਿਲਾਂ ਤਾਂ ਜੀ ਸੁਪਨਿਆਂ ਦਾ ਭਾਰਤ, ਅਗਰ ਸੁਪਨਿਆਂ ਦੀ ਗੱਲ ਕਰੀਏ ਤਾਂ 1947 ਦੇ ਵਿੱਚ ਵੀ ਸੁਪਨਾ ਦੇਖਿਆ ਗਿਆ ਸੀ ਆਜ਼ਾਦੀ ਦਾ ਜੀ, ਔਰ ਉਹਨੂੰ ਪੂਰਾ ਵੀ ਕੀਤਾ ਗਿਆ। ਔਰ ਯੂਥ ਨੇ ਸਭ ਤੋਂ ਵੱਡਾ ਯੋਗਦਾਨ ਉਹ 'ਚ ਇਹ ਪਾਇਆ ਕਿ ਜੇਕਰ ਜਵਾਨੀ ਦੀ ਗੱਲ ਕਰਾਂ ਤਾਂ ਉਹ ਜਵਾਨ ਕਿ ਜਿਹਨੇ ਆਪਣੀ ਜਵਾਨੀ ਦੀ ਪਰਵਾਹ ਕੀਤੇ ਬਗੈਰ ਆਪਣੇ ਦੇਸ਼ ਤੇ ਆਪਣੇ ਪ੍ਰਾਣਾਂ ਨੂੰ ਨਿਛਾਵਰ ਕਰਤਾ, ਅੱਜ ਸਾਰਾ ਆਲਮ ਹਿੰਦੁਸਤਾਨ ਉਸ ਨੂੰ ਭਗਤ ਸਿੰਘ ਦੇ ਨਾਮ ਦੇ ਨਾਲ ਜਾਣਦਾ ਹੈ। ਜੀ ਬਿਲਕੁਲ। ਔਰ ਜਵਾਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ 1947 ਦੇ ਵਿੱਚ ਇੱਕ ਆਵਾਜ਼ ਬੁਲੰਦ ਹੋਈ ਕਿ ਜਵਾਨੋ नज़र कर दो अपने खूने दिल का हर कतरा, जवानों नज़र कर दो अपने खूने दिल का हर कतरा, लिखा जाएगा हिंदुस्तान को फरमाने आज़ादी। ਇਹੀ ਜੇ ਸੁਪਨਿਆਂ ਦੀ ਗੱਲ ਇੱਥੋਂ ਮੁੱਕਦੀ ਹੈ। ਜਦੋਂ ਆਪਾਂ 1947 ਦੇ ਵਿੱਚ ਆਜ਼ਾਦ ਹੋਣ ਦਾ ਸੁਪਨਾ ਦੇਖ ਸਕਦੇ ਹਾਂ ਤਾਂ ਇਸ ਤੋਂ ਅੱਗੇ ਆਜ਼ਾਦ ਹੋ ਕੇ ਅਸੀਂ ਤਰੱਕੀ ਦਾ ਵੀ ਸੁਪਨਾ ਦੇਖ ਸਕਦੇ ਹਾਂ। ਆਪਣੇ ਭਾਰਤ ਨੂੰ ਉਸ ਮਕਾਮ ਤੇ ਲੈ ਕੇ ਜਾ ਸਕਦੇ ਹਾਂ ਕਿ ਜਿੱਥੇ ਅਮਰੀਕਾ ਔਰ ਚਾਈਨਾ ਦੀ ਇਹਨਾਂ ਨੇ ਮੇਰੇ ਸਾਥੀਆਂ ਨੇ ਗੱਲ ਕੀਤੀ ਹੈ, ਉੱਥੇ ਹੀ ਆਪਾਂ ਬੜੇ ਫਖਰ ਦੇ ਨਾਲ 2047 ਦੇ ਵਿੱਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਆਉਣ ਵਾਲੇ ਬੱਚੇ ਆਪਣੇ ਭਾਰਤ ਦੀ ਮਿਸਾਲਾਂ ਦਿਆ ਕਰਨਗੇ ਪੂਰੀ ਦੁਨੀਆ ਦੇ ਵਿੱਚ। ਜੀ ਬਿਲਕੁਲ। ਤੇ ਅੰਕੁਸ਼ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਸਾਡਾ ਸੁਪਨਿਆਂ ਦਾ ਭਾਰਤ ਹੈ ਉਸ ਦੇ ਵਿੱਚ ਤੁਹਾਨੂੰ ਹੋਰ ਕੀ ਕੀ ਯੋਗਦਾਨ ਦੇਣੇ ਚਾਹੀਦੇ ਨੇ? ਜੋ ਸਾਡਾ ਯੂਥ ਹੈ ਉਸ ਲਈ ਸਾਨੂੰ ਕੀ ਕੀ ਕੰਮ ਕਰਨਾ ਚਾਹੀਦਾ ਹੈ ਸੋ ਦੈਟ ਕਿ ਆਪਾਂ ਅਸਲ ਵਿੱਚ ਉਸ ਸੁਪਨੇ ਨੂੰ ਹਾਸਿਲ ਕਰੀਏ, ਉਸ ਮੁਕਾਮ ਤੱਕ ਪਹੁੰਚੀਏ ਤੇ ਆਪਣੇ ਸੁਪਨਿਆਂ ਦਾ ਜਿਹੜਾ ਭਾਰਤ ਹੈ 2047 ਦਾ ਭਾਰਤ, ਉਸ ਨੂੰ ਲੈ ਕੇ ਆਈਏ? ਵੇਖੋ, ਇਹ ਜੇ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤੇ ਸਰਕਾਰ ਜੋ ਹੈ ਉਹ ਯੋਗਦਾਨ ਕਰ ਰਹੀ ਹੈ। ਸਰਕਾਰ ਜਿਹੜੀ ਹੈ ਉਹ ਯੁਵਾਵਾਂ ਨੂੰ ਰੋਜ਼ਗਾਰ ਦੇ ਰਹੀ ਹੈ, ਉਹਨਾਂ ਨੂੰ ਵਧਾਵਾ ਦੇ ਰਹੀ ਹੈ, ਉਹਨਾਂ ਨੂੰ ਕਾਰੋਬਾਰ ਬਣਾਉਣ ਦੇ ਵਿੱਚ ਵੀ ਮਦਦ ਕਰ ਰਹੀ ਹੈ। ਪਰ ਜੇਕਰ ਵੇਖਿਆ ਜਾਵੇ ਤੇ ਕਿਤੇ ਨਾ ਕਿਤੇ ਜਿਹੜਾ ਦੇਸ਼ ਦਾ ਯੁਵਾ ਹੈ ਉਹਨੂੰ ਆਪਣੇ ਪੱਧਰ ਤੇ ਵੀ ਕੰਮ ਕਰਨਾ ਪਏਗਾ। ਉਹਨੂੰ ਸਰਕਾਰ ਦੇ ਸਿਰ ਤੇ ਹੀ ਨਿਰਭਰ ਨਾ ਰਵੇ। ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ, ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਾਵਾਂਗੇ। ਉਸੇ ਤਰ੍ਹਾਂ ਹੀ ਸਾਡੇ ਦੇਸ਼ ਦਾ ਜਿਹੜਾ ਯੁਵਾ ਹੈ ਉਹਨੂੰ ਸਰਕਾਰ ਦੀ ਮਦਦ ਲੱਗੇਗੀ। ਇਹਦੇ ਵਿੱਚ ਤੇ ਕੋਈ ਸ਼ੱਕ ਵਾਲੀ ਗੱਲ ਹੈ ਹੀ ਨਹੀਂ, ਇਹਦੇ ਵਿੱਚ ਤੇ ਕੋਈ ਦੋ ਰਾਏ ਨਹੀਂ ਹੈ। ਪਰ ਉੱਥੇ ਹੀ ਸਾਡੇ ਦੇਸ਼ ਦਾ ਜਿਹੜਾ ਯੁਵਾ ਹੈ ਉਹਨੂੰ ਆਪਣੇ ਪੱਧਰ ਤੇ ਵੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਉਹਨਾਂ ਨੂੰ ਵੀ ਹੰਭਲਾ ਮਾਰਨਾ ਚਾਹੀਦਾ ਹੈ, ਤਾਂ ਜੋ ਉਹ ਵੀ ਸਰਕਾਰ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਚੱਲ ਸਕਣ ਤੇ ਸਾਡੇ ਦੇਸ਼ ਨੂੰ, ਸਾਡੇ ਸੁਪਨਿਆਂ ਦਾ ਜਿਹੜਾ ਭਾਰਤ ਜਿਸ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਇੱਥੇ, ਉਹਨੂੰ ਪੂਰਾ ਕੀਤਾ ਜਾ ਸਕੇ। ਹਾਂਜੀ ਜਸ਼ਨ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇੱਥੇ ਗੱਲ ਕਰਾਂ 2047 ਦੇ ਭਾਰਤ ਦੀ, ਹੈ ਨਾ। ਤੇ 2047 ਦੇ ਭਾਰਤ PwC ਪਾਵਰ ਵਾਟਰ ਹਾਊਸ ਦੇ ਅਨੁਸਾਰ 2047 ਤੋਂ ਬਾਅਦ 2050 ਦੇ ਵਿੱਚ ਤਾਂ ਇਮਰਜੈਂਟ ਆਰਥਿਕ ਤਾਕਤਾਂ ਦਾ ਬੋਲਬਾਲਾ ਹੋਏਗਾ, ਜਿਸ ਵਿੱਚ ਪਹਿਲਾ ਸਥਾਨ ਚੀਨ, ਦੂਜਾ ਭਾਰਤ ਤੇ ਤੀਜਾ ਅਮਰੀਕਾ ਹਾਸਿਲ ਕਰੇਗਾ। ਤੇ ਮੇਰਾ ਇਹ ਸੁਪਨਾ ਹੈ ਭਾਰਤ ਉਸ ਟਾਈਮ 7 ਤੋਂ 15% ਹਾਸਿਲ ਕਰੇਗਾ ਤੇ ਉਸ ਟਾਈਮ ਚੀਨ ਤੇ ਭਾਰਤ ਦੀ ਟੱਕਰ ਹੋਏਗੀ। ਬਹੁਤ ਜ਼ਿਆਦਾ ਨਾ ਇਕੋਨਮੀ ਹਾਸਿਲ ਕਰੇਗਾ ਭਾਰਤ ਤੇ ਉਹ ਚੀਨ ਨੂੰ ਵੀ ਤੇ ਅਮਰੀਕਾ ਨੂੰ ਵੀ ਪਛਾੜ ਕੇ ਲੀਡ ਲਏਗਾ। ਤੇ ਇੱਥੇ ਜੇ ਮੈਂ ਪੋਪੂਲੇਸ਼ਨ ਦੀ ਥੋੜੀ ਬਹੁਤ ਗੱਲ ਕਰਾਂ ਤਾਂ ਹੁਣ ਦੀ ਪੋਪੂਲੇਸ਼ਨ ਜੇ ਕਵੇਂ ਤਾਂ 137 ਕਰੋੜ ਹੈ ਭਾਰਤ ਦੀ, ਹੈ ਨਾ। ਤੇ ਆਉਣ ਵਾਲੇ 25 ਸਾਲਾਂ ਤੱਕ ਅਨੁਮਾਨ ਲਗਾਇਆ ਗਿਆ ਲੈਂਡਸਿਕ ਦੀ ਰਿਪੋਰਟ ਦੇ ਅਨੁਸਾਰ ਕਿ 161 ਕਰੋੜ ਪੋਪੂਲੇਸ਼ਨ ਹੋਏਗੀ। ਤੇ ਤੁਸੀਂ ਸੋਚ ਸਕਦੇ ਹੋ ਅੰਚਲ ਜੀ ਕਿ ਉਸ ਟਾਈਮ ਆਬਾਦੀ ਕਿੰਨੀ ਜ਼ਿਆਦਾ ਹੋਏਗੀ। ਤੇ ਇਸ ਦੇ ਅਨੁਸਾਰ ਵੀ ਉਸ ਟਾਈਮ ਦਾ 2047 ਦੇ ਵਿੱਚ ਆਉਣ ਵਾਲਾ ਭਾਰਤ ਹਾਈਐਸਟ ਇਕੋਨਮੀ ਦਾ ਭਾਰਤ ਹੋਏਗਾ। ਜੀ ਬਿਲਕੁਲ। ਸ਼ਦਾਬ ਅਲੀ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਮੋਰਲ ਵੈਲਿਊਜ਼ ਜਿਹੜੀਆਂ ਹੈ ਉਹ ਬਹੁਤ ਹੀ ਜ਼ਰੂਰੀ ਮੰਨੀਆਂ ਜਾਂਦੀਆਂ ਨੇ ਜਦੋਂ ਅਸੀਂ ਕਾਮਯਾਬੀ ਨੂੰ ਹਾਸਿਲ ਕਰਨਾ ਹੁੰਦਾ ਹੈ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ-ਕਿਹੜੀਆਂ ਮੋਰਲ ਵੈਲਿਊਜ਼ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ ਸੋ ਦੈਟ ਕਿ ਸਾਡਾ ਜਿਹੜਾ ਭਾਰਤ ਹੈ ਉਹ ਅੱਗੇ ਆ ਸਕੇ? 2047 ਦਾ ਭਾਰਤ ਜਿਹੜਾ ਸਾਡਾ ਸੁਪਨਾ ਹੈ ਉਸ ਨੂੰ ਅਸੀਂ ਪੂਰਾ ਕਰੀਏ। ਮੇਰਾ ਸੁਪਨਾ ਇਹ ਹੈ ਜੀ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ, ਹੋਰ ਦੇਸ਼ਾਂ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਤਰੱਕੀ ਦੇ ਵਿੱਚ ਬਹੁਤ ਅੱਗੇ ਨੇ। ਅਮਰੀਕਾ ਤਰੱਕੀ ਦੇ ਵਿੱਚ ਬਹੁਤ ਅੱਗੇ ਹੈ, ਚਾਈਨਾ ਤਰੱਕੀ ਦੇ ਵਿੱਚ ਬਹੁਤ ਅੱਗੇ ਹੈ। ਜਦੋਂ ਕਿਸੇ ਹੋਰ ਦੇਸ਼ ਦਾ ਨਾਂ ਲਿਆ ਜਾਂਦਾ ਹੈ ਨਾ ਤਾਂ ਇੱਕ ਭਾਰਤੀ ਹੋਣ ਦੇ ਨਾਤੇ ਬਹੁਤ ਦਿਲ ਨੂੰ ਖਿੱਚ ਪੈਂਦੀ ਹੈ। ਲੇਕਿਨ ਮੇਰਾ ਸੁਪਨਾ ਇਹ ਹੈ ਕਿ ਆਉਣ ਵਾਲੀ ਪੀੜ੍ਹੀਆਂ ਜਦੋਂ ਨਾਮ ਲੈਣ ਤਰੱਕੀ ਦੇ ਵਿੱਚ ਸਭ ਤੋਂ ਨੰਬਰ 1 ਤੇ ਹੈ ਤਾਂ ਉਹ ਐਂ ਕਹਿਣ ਵੀ ਹਾਂ ਜੀ ਭਾਰਤ ਹੈ। ਇਸਨੇ ਉਸੇ ਤਰੱਕੀ ਕਰ ਲਈ ਕਿ ਜਿਹੜਾ ਇਹਨਾਂ ਕੋਲ ਪਹਿਲਾਂ ਕੁਝ ਵੀ ਨਹੀਂ ਸੀ, ਇਹਨਾਂ ਨੇ ਆਪਣੀ ਆਜ਼ਾਦੀ ਹਾਸਿਲ ਕੀਤੀ। ਆਜ਼ਾਦੀ ਤੋਂ ਬਾਅਦ ਇਹਨਾਂ ਨੇ ਐਸਾ ਮੁਕਾਮ ਹਾਸਿਲ ਕਰ ਲਿਆ ਕਿ ਹਰ ਇੱਕ ਦੇਸ਼ ਦੇ ਹਰ ਇੱਕ ਵਾਸੀ ਦੀ ਜ਼ਬਾਨ ਤੇ ਨਾਮ। ਅੱਜ ਅਸੀਂ ਇੰਡੀਆ ਦੇ ਵਿੱਚ ਰਹਿ ਕੇ ਅਮਰੀਕਾ ਦਾ ਜ਼ਿਕਰ ਕਰ ਰਹੇ ਹਾਂ, ਚਾਈਨਾ ਦਾ ਜ਼ਿਕਰ ਕਰ ਰਹੇ ਹਾਂ, ਲੇਕਿਨ ਉਹ ਵਕਤ ਦੂਰ ਨਹੀਂ ਹੈ 2047 ਤੋਂ ਵੀ ਅੱਗੇ ਚੱਲ ਕੇ
ਉਹ ਵਕਤ ਕਦੇ ਦੂਰ ਨਹੀਂ ਹੋਣਾ ਕਿ ਜਦੋਂ ਉਹ ਦੇਸ਼ ਵਾਸੀ ਆਪਣੇ ਦੇਸ਼ ਦੇ ਵਿੱਚ ਰਹਿ ਕੇ ਸਾਡੇ ਇੰਡੀਆ ਦਾ ਜ਼ਿਕਰ ਕਰਨਗੇ ਕਿ ਅਗਰ ਤਰੱਕੀ ਕੀਤੀ ਹੈ ਤਾਂ ਇਹਨਾਂ ਨੇ ਕੀਤੀ ਹੈ। ਜੀ ਬਿਲਕੁਲ। ਤੇ ਜਿਹੜਾ ਹੁਣ ਦਾ ਸਮਾਂ ਹੈ, ਸਾਡਾ ਕਲਚਰ ਜਿਹੜਾ ਹੈ 1947 ਤੋਂ ਬਹੁਤ ਹੀ ਅੱਗੇ ਚੱਲ ਰਿਹਾ ਹੈ, ਇਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਨੇ। ਤੇ 2047 ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਕਲਚਰ ਦੇ ਵਿੱਚ ਕੀ ਚੇਂਜਸ ਜਿਹੜੀਆਂ ਹੈ ਉਹ ਦੇਖਣ ਨੂੰ ਮਿਲਣਗੀਆਂ? ਤੇ ਅੰਕੁਸ਼ ਜੀ, ਤੁਹਾਡਾ ਕੀ ਰਾਏ ਹੈ ਇਸ ਬਾਰੇ? ਵੇਖੋ ਜੀ, ਜੇਕਰ ਆਪਾਂ ਗੱਲ ਕਰੀਏ ਸੱਭਿਆਚਾਰ ਦੀ, ਸੱਭਿਆਚਾਰ ਦੇ ਵਿੱਚ ਭਾਰਤ ਦਾ ਜਿਹੜਾ ਯੋਗਦਾਨ ਹੈ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। 1947 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਭਾਰਤ ਦਾ ਸੱਭਿਆਚਾਰ ਹੈ ਕਾਫੀ ਜਿਹੜਾ ਦਿਲ ਖਿੱਚਵਾਂ ਰਿਹਾ ਹੈ। ਹਰ ਜਿਹੜੇ ਦੇਸ਼ਾਂ ਦੇ ਵਿੱਚ, ਅਗਰ ਤੁਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੇਖੋ ਤੇ ਭਾਰਤੀ ਸੱਭਿਆਚਾਰ ਤੁਹਾਨੂੰ ਵੇਖ ਜਾਏਗਾ। ਅਗਰ ਆਪਾਂ ਗੱਲ ਕਰੀਏ ਇੰਗਲੈਂਡ ਦੀ, ਤੇ ਇੰਗਲੈਂਡ ਦੇ ਵਿੱਚ ਤੁਸੀਂ ਲੰਡਨ ਦੇ ਵਿੱਚ ਜਾ ਕੇ ਸਾਊਥ ਹਾਲ ਦੇ ਵਿੱਚ ਤੁਹਾਨੂੰ ਪੂਰਾ ਦਾ ਪੂਰਾ ਜਿਹੜਾ ਪੰਜਾਬੀ ਸੱਭਿਆਚਾਰ ਹੈ ਉਹ ਵੇਖਣ ਨੂੰ ਮਿਲ ਸਕਦਾ ਹੈ। ਬਿਲਕੁਲ। ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬੜਾ ਹੀ ਚੰਗਾ ਲੱਗਿਆ। ਤੁਹਾਡਾ ਜਿਹੜਾ ਨਜ਼ਰੀਆ ਹੈ 2047 ਦਾ ਭਾਰਤ, ਸਾਡਾ ਸੁਪਨਿਆਂ ਦਾ ਭਾਰਤ, ਮੈਂ ਚਾਹੁੰਦੀ ਹਾਂ ਕਿ ਉਹ ਜ਼ਰੂਰ ਪੂਰਾ ਹੋਵੇ। ਜਿਹੜਾ ਸਾਡਾ ਆਉਣ ਵਾਲਾ 2047 ਦਾ ਭਾਰਤ ਹੈ ਉਹ ਇੱਕ ਐਸਾ ਦੇਸ਼ ਹੋਵੇ ਜਿਸ ਵਿੱਚ ਤਰੱਕੀ ਹੀ ਤਰੱਕੀ ਹੋਵੇ, ਚਾਹੇ ਉਹ ਖੇਡਾਂ ਦਾ ਖੇਤਰ ਹੋਵੇ, ਚਾਹੇ ਉਹ ਅਰਥ ਵਿਵਸਥਾ ਦੀ ਗੱਲ ਕਰੀਏ, ਚਾਹੇ ਉਹ ਵਿੱਦਿਆ ਦਾ ਖੇਤਰ ਹੋਵੇ, ਤੇ ਚਾਹੇ ਉਹ ਵਿਗਿਆਨ ਦਾ ਖੇਤਰ ਹੋਵੇ। ਸਾਡਾ ਜਿਹੜਾ ਸੁਪਨਿਆਂ ਦਾ ਭਾਰਤ 2047 ਦਾ ਭਾਰਤ ਹੈ ਉਹ ਇੱਕ ਐਸਾ ਦੇਸ਼ ਹੋਵੇ ਜਿਸ ਵਿੱਚ ਤਰੱਕੀ ਹੀ ਤਰੱਕੀ ਤੇ ਤਰੱਕੀ ਹੀ ਹੋਵੇ। ਧੰਨਵਾਦ। ਤਰੱਕੀ ਹੀ ਹੋਵੇ। ਧੰਨਵਾਦ। ਤਰੱਕੀ ਹੀ ਹੋਵੇ। ਧੰਨਵਾਦ। ਤਰੱਕੀ ਹੀ